आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨੇਕ ਪਦਾਰਥ ਕੇ ਅੰਬਾਰ, ਹੋਤ ਜਾਤ ਨਹਿ ਪਰਹਿ ਸ਼ਮਾਰ। ਧਰ ਧਰ ਸ਼ਰਧਾ ਸੰਗਤ ਆਵਹਿ, ਮਨੋ ਕਾਮਨਾ ਪਾਈ ਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੁੜ ਜਾਈਏ। ਮੀਰੀ ਪੀਰੀ ਦੇ ਮਾਲਕ ਦਾਤਾ ਜੀ, ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ, ਡਰੌਲੀ ਨਗਰ ਵਿਖੇ ਭਾਈ ਸਾਈਂ ਦਾਸ, ਬੀਬੀ ਰਾਮੋ ਦੇ ਪਿਆਰ ਬੱਧੇ ਹੋਏ ਸਤਿਗੁਰੂ ਬੈਠੇ ਹਨ। ਸਹਿਤ ਪਰਿਵਾਰ ਦੇ ਮਾਲਵੇ ਦੇਸ਼ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਸੱਚੇ ਪਾਤਸ਼ਾਹ ਜੀ ਨੇ ਭਾਈ ਰੂਪ ਚੰਦ ਜੀ, ਭਾਈ ਸਾਧੂ, ਇਹਨਾਂ ਉੱਤੇ ਬੜੀ ਕਿਰਪਾ ਬਖਸ਼ਿਸ਼ ਕੀਤੀ। ਗੁਰੂ ਦੇ ਬਹੁਤ ਪ੍ਰੇਮੀ ਸਿੱਖ ਸਨ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਰੂਪ ਚੰਦ ਜੀ ਦੇ ਨਾਮ ਤੇ ਭਾਈ ਰੂਪਾ ਪਿੰਡ ਵਸਾਇਆ ਹੈ ਔਰ ਬੜੀਆਂ ਬਖਸ਼ਿਸ਼ਾਂ, ਬੜੇ ਵਰਦਾਨ ਦਿੱਤੇ ਹਨ। ਸਤਿਗੁਰੂ ਜੀ ਇਸ ਇਲਾਕੇ ਵਿੱਚ ਵਿਚਰਦੇ ਹੋਏ ਸ਼ਿਕਾਰ ਖੇਡ ਕੇ ਵਾਪਸ ਡਰੌਲੀ ਪਿੰਡ ਆ ਗਏ ਹਨ, ਜਿੱਥੇ ਵਿਸਾਖੀ ਦਾ ਜੋੜ ਮੇਲਾ ਭਰਿਆ ਸੀਗਾ। ਉਸ ਤੋਂ ਬਾਅਦ ਮਹਾਰਾਜ ਕਾਫੀ ਸਮਾਂ ਇੱਥੇ ਹੀ ਠਹਿਰੇ ਹਨ। ਸਾਉਣ ਦਾ ਮਹੀਨਾ ਵੀ ਇੱਥੇ ਹੀ ਰਹੇ ਹਨ। ਇਹ ਕਥਾ ਸਰਵਣ ਕਰੀਏ ਪ੍ਰੇਮ ਨਾਲ, ਸਤਿਗੁਰੂ ਜੀ ਨੂੰ ਯਾਦ ਕਰੀਏ, ਛੇਵੇਂ ਪਾਤਸ਼ਾਹ ਨੂੰ, ਤੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨੇਕ ਪਦਾਰਥ ਕੇ ਅੰਬਾਰ, ਮਹਾਰਾਜ ਦੇ ਦਰਬਾਰ ਵਿੱਚ ਅਨੇਕਾਂ ਹੀ ਪਦਾਰਥਾਂ ਦੇ ਅੰਬਾਰ ਲੱਗ ਜਾਂਦੇ ਹਨ ਹੋਤ ਜਾਤ ਨਹਿ ਪਰਹਿ ਸ਼ਮਾਰ। ਔਰ ਇਤਨੀਆਂ ਭੇਟਾਵਾਂ ਚੜ੍ਹਦੀਆਂ ਨੇ, ਕੋਈ ਅੰਤ ਹੀ ਨਹੀਂ ਰਹਿੰਦਾ, ਕੋਈ ਗਿਣਤੀ ਮਿਣਤੀ ਨਹੀਂ ਰਹਿੰਦੀ। ਧਰ ਧਰ ਸ਼ਰਧਾ ਸੰਗਤ ਆਵਹਿ, ਸੰਗਤਾਂ ਸ਼ਰਧਾ ਭਾਵਨਾ ਲੈ ਕੇ ਗੁਰੂ ਦਰਬਾਰ ਵਿੱਚ ਆਉਂਦੀਆਂ ਨੇ। ਮਨੋ ਕਾਮਨਾ ਪਾਈ ਸਿਧਾਵਹਿ। ਔਰ ਜੋ ਜੋ ਕਿਸੇ ਦੀ ਮਨ ਦੀ ਇੱਛਾ ਹੁੰਦੀ ਹੈ ਉਹ ਪੂਰੀ ਹੁੰਦੀ ਹੈ। ਸਭ ਦੀਆਂ ਮਨੋਕਾਮਨਾ ਗੁਰਦੇਵ ਜੀ ਪੂਰੀਆਂ ਕਰਕੇ ਸਭ ਦੀਆਂ ਝੋਲੀਆਂ ਭਰ ਕੇ ਤੋਰਦੇ ਹਨ। ਸਾਵਣ ਮਾਸ ਪਰ ਬਿਰਤਿਓ ਸਾਰੇ, ਸਾਵਣ ਦਾ ਮਹੀਨਾ ਆ ਗਿਆ। ਗੁਰ ਪਰਿਵਾਰ ਮਿਲਿਓ ਮੁੱਦ ਧਾਰੇ। ਮਹਾਰਾਜ ਦਾ ਪਰਿਵਾਰ ਇੱਥੇ ਬੜੀ ਪ੍ਰਸੰਨਤਾ ਨਾਲ ਇਕੱਠਾ ਰਹਿ ਰਿਹਾ। ਬਾਬਾ ਗੁਰਦਿੱਤਾ ਜੀ ਦੀ ਕਮੀ ਸੀ, ਉਹ ਵੀ ਪਰਿਵਾਰ ਸਮੇਤ ਆ ਗਏ, ਜਿਸ ਕਰਕੇ ਸਾਰਾ ਪਰਿਵਾਰ ਗੁਰੂ ਦਾ ਡਰੌਲੀ ਪਿੰਡ ਵਿੱਚ ਵਾਸਾ ਕਰ ਰਿਹਾ ਹੈ। ਸਰਬ ਇਕੱਤਰ ਮਿਲੇ ਤਿਸ ਥਾਨਾ, ਸਾਰੇ ਇੱਥੇ ਇਕੱਠੇ ਹੋਏ ਹਨ। ਪਿਖਤ ਪਰਸਪਰ ਮਿਲ ਸੁਖ ਮਾਨਾ। ਸਾਰਾ ਪਰਿਵਾਰ ਬੜਾ ਪ੍ਰਸੰਨ ਹੈ। ਤਬ ਦਮੋਦਰੀ ਬੈਸ ਬਿਤਾਈ, ਕਹਿੰਦੇ ਸਾਧ ਸੰਗਤ ਜੀ, ਪਰਮੇਸ਼ਰ ਦਾ ਭਾਣਾ ਐਸਾ ਹੋਇਆ, ਮਾਤਾ ਦਮੋਦਰੀ ਜੀ ਦਾ ਸਮਾਂ ਨੇੜੇ ਆ ਗਿਆ। ਜਿੰਨੀ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਦਿੱਤੀ ਸੀ, ਉਮਰ ਦਿੱਤੀ ਸੀ ਮਾਤਾ ਦਮੋਦਰੀ ਜੀ ਨੂੰ, ਉਹ ਪੂਰੀ ਹੋ ਗਈ। ਪ੍ਰਾਨ ਅੰਤ ਆਪਣੋ ਲਖ ਪਾਈ, ਆਪਣੇ ਪ੍ਰਾਣਾਂ ਦਾ ਅੰਤ ਸਮਾਂ ਜਾਣ ਕੇ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ, ਸੰਕੇਤ ਪਹਿਲਾਂ ਹੀ ਮਿਲ ਜਾਂਦੇ ਆ। ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਜਪਿਆ ਹੈ, ਉਹਨਾਂ ਨੂੰ ਸੱਦਾ ਮਿਲ ਜਾਂਦਾ ਹੈ। ਧੰਨ ਮਾਤਾ ਦਮੋਦਰੀ ਜੀ ਨੂੰ ਵੀ ਪਰਮੇਸ਼ਰ ਦਾ ਸੱਦਾ ਪਹੁੰਚ ਗਿਆ। ਜਾਣ ਗਏ ਕਿ ਅਸੀਂ ਹੁਣ ਇਹ ਚੋਲਾ ਛੱਡ ਦੇਣਾ ਹੈ। ਪਤ ਸਤਿਗੁਰ ਕੋ ਦਰਸ਼ਨ ਕਰਿਓ, ਆਪਣੇ ਪਤੀ ਗੁਰਦੇਵ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਹਾਥ ਜੋੜ ਬਚ ਬਿਨੈ ਉਚਰਿਓ, ਫਿਰ ਮਾਤਾ ਦਮੋਦਰੀ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਤੁਮ ਪ੍ਰਭ ਹੋ ਸਭ ਹੀ ਬਿਦ ਲਾਇਕ, ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਸਰਬ ਕਲਾ ਸਮਰੱਥ ਹੋ, ਹਰ ਗੱਲ ਵਿੱਚ ਯੋਗ ਹੋ, ਜੋ ਚਾਹੋ ਸੋ ਕਰ ਸਕਦੇ ਹੋ। ਵੱਡੇ ਪੁੰਨ ਫਲ ਭਾ ਮਮ ਨਾਇਕ, ਮਹਾਰਾਜ ਮੇਰੇ ਭਾਗ ਚੰਗੇ ਕਿ ਮੈਨੂੰ ਆਪ ਜੀ ਦੇ ਚਰਨਾਂ ਦੀ ਦਾਸੀ ਬਣਨ ਦਾ ਸੁਭਾਗ ਮਿਲਿਆ ਹੈ। ਆਪ ਮੇਰੇ ਸਿਰ ਦੇ ਸਾਈਂ ਸੁਆਮੀ ਹੋ। ਮੈਂ ਅਨਜਾਨ ਪਨੇ ਕੁਛ ਕਹਿਓ, ਹੇ ਮਹਾਰਾਜ, ਮੈਂ ਆਪ ਜੀ ਦੀ ਸੇਵਾ ਕਰਦੀ ਰਹੀ ਹਾਂ,
ਬੁੱਧੀ ਮੇਰੀ ਛੋਟੀ ਸੀ, ਅਣਜਾਣ ਪੁਣੇ ਵਿੱਚ ਮੈਂ ਕੁਝ ਗਲਤ ਬੋਲਿਆ ਹੋਵੇ, ਕੁਝ ਬਚਨ ਮੇਰੀ ਰਸਨਾ ਤੋਂ ਐਸਾ ਨਿਕਲਿਆ ਹੋਵੇ ਜਿਹੜਾ ਆਪ ਜੀ ਦੀ ਸ਼ਾਨ ਦੇ ਛਾਇਆ ਨਾ ਹੋਵੇ। ਨਹੀਂ ਮਹਾਤਮ ਨੀਕੇ ਲਹਿਓ। ਕਿਉਂਕਿ ਮੈਂ ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਮਹਿਮਾ ਨਹੀਂ ਜਾਣ ਸਕਦੀ। ਵੱਡਿਆਂ ਦੀ ਵੱਡੀ ਵਡਿਆਈ ਹੁੰਦੀ ਹੈ, ਸਾਡੇ ਜੀਵਾਂ ਦੀ ਬੁੱਧੀ ਤੁੱਛ ਹੁੰਦੀ ਹੈ। ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੀ ਮਹਿਮਾ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ। ਕਿਰਪਾ ਧਾਰ ਸੋ ਬਖਸ਼ਨ ਕੀਜੈ। ਸਾਡੀਆਂ ਉਹ ਸਾਰੀਆਂ ਹੀ ਭੁੱਲਾਂ ਆਪਣੇ ਬੱਚੇ ਸਮਝ ਕੇ, ਸੇਵਕ ਸਮਝ ਕੇ, ਅਣਜਾਣ ਦਾਸੀ ਸਮਝ ਕੇ ਮਾਫ ਕਰ ਦਿਓ। ਮਹਾਰਾਜ ਸਦਾ ਹੀ ਬਖਸ਼ਿੰਦੋ ਤੁਸੀਂ, ਅਸੀਂ ਭੁੱਲਣਹਾਰ ਜੀਵ ਹਾਂ। ਅੰਤ ਸਮਾ ਮੇਰੋ ਲਖ ਲੀਜੈ। ਮੇਰਾ ਅੰਤ ਸਮਾਂ ਆ ਗਿਆ, ਹੁਣ ਮੈਂ ਇਹ ਚੋਲਾ ਛੱਡ ਕੇ ਜਾ ਰਹੀ ਹਾਂ। ਨਿਜ ਚਰਨਨ ਕੀ ਦਾਸੀ ਜਾਨ। ਮੈਨੂੰ ਆਪਣੇ ਚਰਨਾਂ ਦੀ ਦਾਸੀ ਜਾਣ ਲਓ ਸੱਚੇ ਪਾਤਸ਼ਾਹ ਜੀ। ਬੀਚ ਪਰਲੋਕ ਮੈਂ ਲਾਵਨ ਠਾਨ। ਤੇ ਮੈਨੂੰ ਆਪਣੇ ਚਰਨਾਂ ਵਿੱਚ ਹੀ ਵਾਸਾ ਦਿਆ ਜੀ। ਪਰਲੋਕ ਵਿੱਚ ਮੇਰੀ ਆਤਮਾ, ਮੇਰੀ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦਿਆ ਜੇ। ਮੈਂ ਅਜਾਨਪਨ ਤ੍ਰਿਯ ਮਤ ਹੈ। ਮਹਾਰਾਜ ਮੈਂ ਅਣਜਾਣ ਇਸਤਰੀ ਹਾਂ, ਮੇਰੀ ਜਿੰਨੀ ਕੁ ਮਤ ਹੈ ਮੈਂ ਉਨੀ ਕੀ ਸੇਵਾ ਕਰ ਸਕਦੀ ਸੀ, ਸੋ ਮੈਂ ਕੀਤੀ ਹੈ। ਰਾਵਰ ਭੇਵ ਦੇਵ ਨਹਿਲ ਹੈ। ਆਪ ਜੀ ਦੀ ਮਹਿਮਾ ਨੂੰ ਤਾਂ ਦੇਵਤੇ ਵੀ ਨਹੀਂ ਜਾਣ ਸਕਦੇ, ਬ੍ਰਹਮਾ ਵੀ ਨਹੀਂ ਜਾਣ ਸਕਦਾ, ਵਿਸ਼ਨੂੰ ਸ਼ਿਵ ਜੀ ਵੱਡੇ ਦੇਵਤੇ ਵੀ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਦੇ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਜਿੰਨਾ ਮਹਾਨ ਕੋਈ ਹੋ ਨਹੀਂ ਸਕਦਾ, ਇਸ ਕਰਕੇ ਗੁਰੂ ਦੀ ਮਹਿਮਾ ਨੂੰ ਵੀ ਕੋਈ ਜਾਣ ਨਹੀਂ ਸਕਦਾ। ਆਪ ਜੀ ਦੀ ਮਹਿਮਾ ਨਾ ਜਾਣੈ ਵੇਦ, ਵੇਦ ਵੀ ਆਪ ਦੀ ਮਹਿਮਾ ਨਹੀਂ ਜਾਣਦੇ, ਦੇਵਤੇ ਵੀ ਆਪ ਜੀ ਦੀ ਮਹਿਮਾ ਨਹੀਂ ਜਾਣਦੇ। ਬਿਨਾ ਸੁਨੇਗਰ ਧੀਰਜ ਦੀਨ। ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ 'ਚ ਵਾਸਾ ਦਿਓ ਤੇ ਮੇਰੀਆਂ ਭੁੱਲਾਂ ਮਾਫ ਕਰ ਦਿਓ। ਇਹ ਅਰਦਾਸ ਮਾਤਾ ਦਮੋਦਰੀ ਜੀ ਨੇ ਬੜੀ ਨਿਮਰਤਾ ਨਾਲ, ਸੱਚੇ ਮਨ ਨਾਲ ਗਰੀਬ ਨਵਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਕੀਤੀ। ਤੇ ਸਤਿਗੁਰੂ ਜੀ ਆਪਣੀ ਧਰਮ ਪਤਨੀ ਮਾਤਾ ਦਮੋਦਰੀ ਦੀ ਅਰਦਾਸ ਸੁਣ ਕੇ ਸਦਾ ਸੰਗਤ ਨੂੰ ਹਮਰੇ ਚੀਨ। ਕਹਿਣ ਲੱਗੇ, ਦਮੋਦਰੀ ਤੂੰ ਸਦਾ ਹੀ ਸਾਡੇ ਨਾਲ ਰਹੇਂਗੀ, ਸਦਾ ਹੀ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਐ ਰੇ ਸੋਈ। ਜੋ ਬਹੁ ਤੇਰਾ ਲੋਚੀਐ, ਬਾਤੀ ਮੇਲ ਨਾ ਹੋਈ। ਗੱਲਾਂ ਨਾਲ ਮਿਲਾਪ ਨਹੀਂ ਹੁੰਦਾ, ਦਿਲ ਨਾਲ ਮਿਲਾਪ ਹੁੰਦਾ ਹੈ, ਰੂਹ ਦੇ ਰਿਸ਼ਤੇ ਹੁੰਦੇ ਹੈ। ਤੇਰਾ ਸਾਡਾ ਰੂਹ ਦਾ ਰਿਸ਼ਤਾ ਹੈ ਦਮੋਦਰੀ। ਇੱਥੇ ਵੀ ਉੱਥੇ ਵੀ, ਲੋਕ ਪਰਲੋਕ ਵਿੱਚ ਤੂੰ ਸਦਾ ਸਾਡੇ ਤੋਂ ਦੂਰ ਨਹੀਂ ਹੋ ਸਕਦੀ, ਸਦਾ ਹੀ ਨੇੜੇ ਰਹੇਂਗੀ। ਗੁਰ ਘਰ ਕੀ ਮਹਿਮਾ ਬੜ ਭਾਰੀ। ਗੁਰੂ ਘਰ ਦੀ ਬੜੀ ਵੱਡੀ ਮਹਿਮਾ ਹੈ। ਸ਼ਰਧਾ ਧਰੀ ਸੋ ਨਰ ਕੈ ਨਾਰੀ। ਕੋਈ ਵੀ ਇਸਤਰੀ ਪੁਰਸ਼ ਜਿਹਨੇ ਗੁਰੂ ਘਰ ਦੀ ਮਹਿਮਾ ਤੇ ਸ਼ਰਧਾ ਰੱਖ ਲਈ, ਕੋਈ ਵੀ ਇਨਸਾਨ ਕਿਤੇ ਵੀ ਰਹਿੰਦਾ ਦੁਨੀਆ ਵਿੱਚ, ਜਿਹਨੇ ਗੁਰੂ ਘਰ ਦੀ ਮਹਿਮਾ ਨੂੰ ਜਾਣ ਲਿਆ ਤੇ ਗੁਰੂ ਘਰ ਉੱਤੇ ਭਾਵਨਾ ਰੱਖ ਲਈ ਵੀ ਮੇਰਾ ਪੂਰਾ ਗੁਰੂ ਪੂਰਾ ਹੀ ਹੈ, ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਮਨ 'ਚ ਆਉਣ ਦਿੱਤਾ, ਜਿਸ ਨੇ ਪਰਮ ਗਤੀ ਸੋ ਪਹੁੰਚਤ ਜਾਏ। ਉਹਦੀ ਆਪੇ ਹੀ ਕਲਿਆਣ ਹੋ ਜਾਂਦੀ। ਜਿਹੜਾ ਗੁਰੂ ਘਰ ਦੀ ਮਹਿਮਾ ਨੂੰ ਜਾਣ ਲੈਂਦਾ ਨਾ, ਗੁਰੂ ਮਹਾਰਾਜ ਤੇ ਭਰੋਸਾ ਕਰ ਲੈਂਦਾ, ਉਹ ਕਿੱਡਾ ਵੀ ਪਾਪੀ ਹੋਵੇ ਉਹ ਵੀ ਬਖਸ਼ਿਆ ਜਾਂਦਾ, ਉਹਦੇ ਵੀ ਪਾਪ ਧੋਏ ਜਾਂਦੇ ਆ ਤੇ ਉਹ ਦੇਵ ਰੂਪ ਹੋ ਕੇ, ਬ੍ਰਹਮ ਰੂਪ ਹੋ ਕੇ ਬ੍ਰਹਮ ਵਿੱਚ ਹੀ ਲੀਨ ਹੋ ਜਾਂਦਾ ਹੈ। ਹਾਂਜੀ, ਮਮਦਾਰਾ ਸਹਿਜ ਸੁਭਾਏ। ਤੂੰ ਤਾਂ ਸਾਡੀ ਧਰਮ ਪਤਨੀ ਹੈ, ਸਾਡਾ ਅੱਧਾ ਅੰਗ ਹੈ, ਅਰਧਾਂਗਨੀ ਹੈ ਸਾਡੀ। ਸਹਿਜ ਸੁਭਾਅ ਹੀ ਤੇਰਾ ਕਲਿਆਣ ਹੋ ਜਾਣਾ। ਤੇਰੀ ਸ਼ਰਧਾ, ਤੇਰੀ ਭਾਵਨਾ, ਤੇਰੀ ਭਗਤੀ ਪ੍ਰਵਾਨ ਹੋਈ ਹੈ ਗੁਰੂ ਘਰ ਦੇ ਵਿੱਚ। ਸਦ ਸੰਗੇ ਕਿਮ ਵਿਛੜਹਿ ਨਾਹੀ। ਤੂੰ ਸਦਾ ਹੀ ਸਾਡੇ ਨਾਲ ਹੈ ਦਮੋਦਰੀ, ਕਦੀ ਵਿਛੜੇਂਗੀ ਨਹੀਂ। ਸਰੀਰਾਂ ਦੇ ਮੇਲ ਤਾਂ ਇਦਾਂ ਹੀ ਨੇ, ਸਰੀਰ ਤਾਂ ਸਾਰਿਆਂ ਦੇ ਵਿਛੜ ਜਾਣੇ ਆ। ਸਰੀਰ ਨਾ ਇਕੱਠੇ ਆਏ ਨਾ ਇਕੱਠੇ ਜਾਣਾ, ਅੱਗੇ ਪਿੱਛੇ ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਧੀਰ। ਸਰੀਰਾਂ ਦਾ ਸੰਬੰਧ ਇਦਾਂ ਹੀ ਹੈ, ਪਰ ਜਿਹੜਾ ਰੂਹ ਦੀ ਖੇਡ ਹੈ, ਆਤਮਾ ਦੀ ਖੇਡ ਹੈ, ਉਹ ਤੇਰੀ ਮੇਰੀ ਇੱਕ ਹੋ ਚੁੱਕੀ ਹੈ। ਮਹਾਰਾਜ ਦੀ ਬਾਣੀ ਵਿੱਚ ਬਚਨ ਹੈ, ਧਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ। ਪਤੀ ਪਤਨੀ ਉਹ ਨਹੀਂ ਵੀ ਦੋਵੇਂ ਇਕੱਠੇ ਬੈਠੇ ਹੈ, ਪਤੀ ਪਤਨੀ ਉਹ ਨੇ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ।
ਸਰੀਰ ਦੋ ਹੋਣ, ਆਤਮਾ ਇੱਕ ਹੋ ਜਾਵੇ। ਸੋ ਦਮੋਦਰੀ ਤੁਹਾਡੀ ਰੂਹ ਸਾਡੇ 'ਚ ਅਭੇਦ ਹੋ ਚੁੱਕੀ ਹੈ। ਤਨ ਤਿਆਗਨ ਸਭ ਹੀ ਜਗ ਮਾਹੀ। ਹੇ ਦਮੋਦਰੀ, ਸਰੀਰ ਤੇ ਸਾਰਿਆਂ ਨੇ ਤਿਆਗਣਾ। ਜਗਤ ਵਿੱਚ ਕੋਈ ਵੀ ਇਨਸਾਨ ਆਇਆ, ਵੱਡਾ ਛੋਟਾ, ਚੰਗਾ ਮਾੜਾ, ਬੁਰਾ ਭਲਾ, ਪਸ਼ੂ ਪੰਛੀ, ਸਾਰੀ ਸ੍ਰਿਸ਼ਟੀ ਜੋ ਵੀ ਉਪਜਿਓ ਸੋ ਬਿਨਸ ਹੈ। ਗੱਲ ਮੁੱਕੀ, ਸੰਸਾਰ 'ਚ ਕਿਸੇ ਨੇ ਨਹੀਂ ਰਹਿਣਾ, ਸਭ ਨੇ ਹੀ ਜਾਣਾ ਹੈ। ਥਿਰ ਕੋ ਰਹਾ ਨਾ ਥੂਲ ਸਰੀਰ। ਇਹ ਸਥੂਲ ਸਰੀਰ ਕਿਸੇ ਦਾ ਵੀ ਥਿਰ ਨਹੀਂ ਰਿਹਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਅੱਜ ਕੇ ਕਾਲ। ਸਾਰਿਆਂ ਨੇ ਇਹ ਸਰੀਰ ਛੱਡ ਕੇ ਜਾਣਾ ਹੈ। ਨਿਜ ਬਾਰੀ ਸਭ ਪਾਏ ਬਹੀਰ। ਆਪਣੀ ਵਾਰੀ ਵਾਰੀ ਸਾਰੇ ਵੀਰਾਂ ਘੱਤ ਜਾਂਦੇ, ਚਲੇ ਜਾਂਦੇ। ਸੁਨਪਤ ਤੇ ਉਰ ਬਹੁ ਹਰ ਖਾਈ। ਆਪਣੇ ਪਤੀ ਗੁਰਦੇਵ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਤੋਂ ਇਹ ਬਚਨ ਸੁਣ ਕੇ ਮਾਤਾ ਦਮੋਦਰੀ ਜੀ ਬੜੇ ਖੁਸ਼ ਹੋਏ ਹਨ। ਬਾਹਰ ਕਟੰਬ ਮਿਲੀ ਸਮੁਦਾਇ। ਫਿਰ ਆਪਣੇ ਪਰਿਵਾਰ ਨੂੰ ਮਿਲੇ ਹਨ। ਆਪਣੀਆਂ ਭੈਣਾਂ ਕਹਿ ਲੋ, ਮਾਤਾ ਨਾਨਕੀ ਜੀ ਤੇ ਮਾਤਾ ਮਰਵਾਈ ਜੀ ਨੂੰ ਵੀ ਮਿਲੇ ਹਨ। ਘਰ ਇਸ਼ਨਾਨ ਕੋ ਪੌੜੀ ਤਹਾਂ। ਬੀਬੀ ਰਾਮੋ ਨੂੰ, ਸਾਰੇ ਪਰਿਵਾਰ ਤੇ ਬੱਚਿਆਂ ਨੂੰ, ਨੂੰਹਾਂ ਨੂੰ ਮਿਲ ਕੇ ਇਸ਼ਨਾਨ ਕੀਤਾ। ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਮਾਤਾ ਦਮੋਦਰੀ ਜੀ ਪੂੰਝੇ ਲੰਮੇ ਪੈ ਗਏ ਹਨ। ਕੁਛ ਕੋ ਆਸਤਰਨ ਰਚ ਜਹਾਂ। ਆਪਣਾ ਆਸਣ ਪਹਿਲਾਂ ਹੀ ਲਾ ਲਿਆ ਸੀ, ਉਹਦੇ ਉੱਤੇ ਲੇਟ ਗਏ ਹਨ। ਕੰਤ ਧਿਆਨ ਮਹਿ ਹੋਏ ਲੈ ਲੀਨ। ਤੇ ਆਪਣੇ ਪਤੀ 6ਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ ਹੈ। ਸੁਰਤੀ ਬਾਹਰੋਂ ਸਾਰੇ ਪਾਸਿਓਂ ਹਟਾ ਕੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸੁਰਤੀ ਨੂੰ ਇਕਾਗਰ ਕੀਤਾ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ, ਤੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤਨ ਕੋ ਤਿਆਗਨ ਤਤ ਛਿਨਕੀਨ। ਇੱਕ ਸਕਿੰਟ ਦੇ ਵਿੱਚ ਹੀ ਚੋਲਾ ਛੱਡ ਦਿੱਤਾ। ਇੱਕ ਪਲ ਦੇ ਵਿੱਚ ਹੀ ਬਸ ਉਡਾਰੀ ਮਾਰ ਦਿੱਤੀ ਹੈ। ਜੋਤ ਜੋਤ ਵਿੱਚ ਰਲ ਗਈ ਹੈ। ਗੰਗ ਸਾਸ ਕੇ ਪਾਸ ਪਧਾਰੀ। ਮਾਤਾ ਗੰਗਾ ਜੀ ਜਿੱਥੇ ਸੱਚਖੰਡ 'ਚ ਬਿਰਾਜੇ ਨੇ, ਉਹਨਾਂ ਦੇ ਚਰਨਾਂ ਵਿੱਚ ਧੰਨ ਮਾਤਾ ਦਮੋਦਰੀ ਜੀ ਚਲੇ ਗਏ। ਸਾਧ ਸੰਗਤ ਜੀ, ਇਹ ਗੁਰੂ ਧਰਮ ਪਤਨੀਆਂ ਵੀ ਅਵਤਾਰ ਹੀ ਸਨ। ਇਹ ਕੋਈ ਸਧਾਰਨ ਮਾਤਾਵਾਂ ਨਹੀਂ ਸਨ। ਇਹਨਾਂ ਦੀ ਵੀ ਜਨਮਾਂ ਜਨਮਾਂ ਦੀ ਭਗਤੀ, ਤਪ, ਤਿਆਗ, ਬੈਰਾਗ ਦਾ ਫਲ ਮਿਲਿਆ ਸੀਗਾ। ਧੰਨ ਬੀਬੀ ਭਾਨੀ ਜੀ, ਬੀਬੀ ਭਾਨੀ ਦੀ ਨੂੰਹ ਮਾਤਾ ਗੰਗਾ ਜੀ, ਮਾਤਾ ਗੰਗਾ ਦੀ ਨੂੰਹ ਮਾਤਾ ਦਮੋਦਰੀ ਜੀ ਅੱਜ ਆਪਣੇ ਵੱਡਿਆਂ ਕੋਲ ਜਾ ਪਹੁੰਚੀ ਹੈ। ਚੱਡ ਬਿਬਾਨ ਦੀਪਤ ਦੁੱਤ ਭਾਰੀ। ਬੜੇ ਦੀ ਬਿਬਾਨ ਸੁੰਦਰ ਦੇਵਲੋਕ ਤੋਂ ਆਏ ਨੇ। ਮਣੀਆਂ ਜੜੀਆਂ, ਹੀਰੇ ਜੜੇ ਬਿਬਾਨਾਂ ਦੇ ਵਿੱਚ, ਬੜਾ ਪ੍ਰਕਾਸ਼ ਹੈ ਉਹਨਾਂ ਵਿੱਚ। ਇਹ ਰੂਹ ਬੈਠ ਕੇ ਦੇਵਲੋਕ ਨੂੰ ਚੱਲੀ ਹੈ। ਸਭ ਪਰਿਵਾਰ ਨਿਹਾਰਤ ਰਹਿਓ। ਸਾਰਾ ਪਰਿਵਾਰ ਵੇਖਦਾ ਹੀ ਰਹਿ ਗਿਆ ਵੀ ਮਾਤਾ ਜੀ ਕੀ ਚੋਜ ਕਰ ਗਏ ਹਨ। ਪ੍ਰਾਨ ਅੰਤ ਹੋਇਸ ਜਬ ਲਹਿਓ। ਜਦੋਂ ਵੇਖਿਆ ਵੀ ਸਰੀਰ ਵਿੱਚ ਸਵਾਸ ਨਹੀਂ ਆਉਂਦੇ, ਬਹੁਤ ਜ਼ਿਆਦਾ ਦੁੱਖ ਲੱਗਾ ਹੈ। 1688 ਮਾਹੀ। 1688 ਬਿਕਰਮੀ ਸਾਧ ਸੰਗਤ ਜੀ, ਅਤੇ 1628 29 ਦੇ ਲਾਗੇ ਸਮਝ ਲਓ, 31 ਦੇ ਇਹ ਈਸਵੀ ਸਨ ਬਣਦਾ ਹੈ, ਜਦੋਂ ਮਾਤਾ ਜੀ ਨੇ ਇਹ ਚਾਲੇ ਪਾਏ ਹਨ। ਪਾਪਰ ਲੋਕ ਗੁਰੂ ਤ੍ਰੇਤਾਹੀ। ਸਤਿਗੁਰੂ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਇਸ ਤਰ੍ਹਾਂ ਸੱਚਖੰਡ ਨੂੰ ਪ੍ਰਲੋਕ ਗਮਨ ਕਰ ਗਏ ਨੇ। ਰੁਦਨ ਕੀਨ ਮਿਲ ਕੈ ਸਭ ਨਾਰੀ। ਸਭ ਇਸਤਰੀਆਂ ਪੁਰਸ਼ ਰੁਦਨ ਕਰਦੇ ਹਨ, ਬੈਰਾਗ ਕਰਦੇ ਹਨ। ਰਾਮੋ ਸਸਾ ਸਨੇਹ ਦੁਖਾਰੀ। ਬੀਬੀ ਰਾਮੋ ਆਪਣੀ ਭੈਣ ਦੇ ਦੁੱਖ ਵਿੱਚ, ਕਿਉਂਕਿ ਰਾਮੋ ਵੱਡੀ ਸੀ, ਮਾਤਾ ਦਮੋਦਰੀ ਦੀ ਭੈਣ, ਉਹਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਹੋਤੀ ਸਮਤ ਬੜ ਭਾਗਨ ਯਾਹੀ। ਕਹਿੰਦੀ ਹੈ ਰਾਮੋ, ਕਹਿੰਦੀ ਸਾਡੀ ਇਹ ਛੋਟੀ ਭੈਣ ਸਾਡੇ ਤੋਂ ਗੁਣਾ ਕਰਕੇ ਵੱਡੀ ਸੀ, ਇਹ ਭਾਗਾਂ ਕਰਕੇ ਵੀ ਵੱਡੀ ਸੀ। ਇਹ ਬੜੀ ਸਿਆਣੀ ਸੁਮਤਵੰਤ ਸੀ। ਸਭ ਪਰਿਵਾਰ ਉਧਾਰਿਓ ਜਾਹੀ। ਇਹਨੇ ਸਾਡਾ ਪਰਿਵਾਰ ਹੀ ਤਾਰ ਦਿੱਤਾ, ਸਾਡੀ ਕੁੱਲ ਹੀ ਤਾਰ ਦਿੱਤੀ ਹੈ। ਮਾਤਾ ਪਿਤਾ ਮੋਹਿ ਬਹੁ ਆਨ। ਇਹ ਭਾਈ ਪਾਰੋ ਦੀ ਪੜਪੋਤਰੀ ਸੀ, ਬਾਬੇ ਨਰੈਣ ਦਾਸ ਦੀ ਪੁੱਤਰੀ ਸੀ। ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਨੂੰ ਵਰ ਦਿੱਤਾ ਸੀ ਕਿ ਭਾਈ ਪਾਰੋ ਦਾ ਗੁਰੂ ਘਰ ਨਾਲ ਰਿਸ਼ਤਾ ਜੁੜੇਗਾ। ਉਹ ਸਮਾਂ ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ 5ਵੇਂ ਪਾਤਸ਼ਾਹ ਨੇ ਵਾਪਸ ਕਰਤਾ ਸੀ, ਤੇ ਉਦੋਂ ਬਾਬਾ ਨਰੈਣ ਦਾਸ ਜੀ ਸੰਗਤ 'ਚ ਬੈਠੇ ਸਨ।
ਉਹਨਾਂ ਨੇ ਵੀ ਮਾਤਾ ਦਮੋਦਰੀ ਜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਕੀਤਾ ਸੀ। ਬੀਬੀ ਰਾਮੋ ਕਹਿੰਦੀ ਹੈ, ਇਹਨੇ ਸਾਡੀ ਕੁਲ ਦਾ ਨਾਮ ਉਜਾਗਰ ਕਰ ਦਿੱਤਾ। ਇਹ ਗੁਰੂ ਸਾਹਿਬ ਜੀ ਦੀ ਧਰਮ ਪਤਨੀ ਬਣੀ। ਸਾਨੂੰ ਵੀ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਪ੍ਰਾਪਤ ਹੋਈ। ਗਰਭਤ ਤੇ ਕੀ ਨਸ ਕਲਿਆਣ। ਇਹ ਪਤੀ ਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਕੇ ਆਪ ਤਾਂ ਤਰ ਗਈ, ਨਾਲ ਸਾਨੂੰ ਵੀ ਸਾਰੇ ਕੁਟੁੰਬ ਨੂੰ, ਪਰਿਵਾਰ ਨੂੰ ਤਾਰ ਗਈ ਹੈ। ਜਿਸਨੇ ਸ਼੍ਰੀ ਗੁਰ ਦਿੱਤਾ ਜਯਾ। ਔਰ ਧੰਨ ਮਾਤਾ ਦਮੋਦਰੀ ਜਿਹਦੀ ਕੁੱਖ ਤੋਂ ਮਹਾਬਲੀ ਸੂਰਬੀਰ ਭਗਤ ਯੋਧੇ ਗਿਆਨੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਦਾ ਅਵਤਾਰ ਹੋਇਆ ਹੈ। ਇਹੋ ਜਿਹੇ ਮਹਾਂਪੁਰਸ਼ਾਂ ਨੂੰ ਜਨਮ ਦੇਣ ਵਾਲੀ ਹੈ। ਜਗਤੇਸ਼ਵਰ ਪ੍ਰਿਆ ਭਰਤਾ ਭਇਆ। ਔਰ ਜਗਤ ਦੇ ਮਾਲਕ 6ਵੇਂ ਪਾਤਸ਼ਾਹ ਜੀ ਦੀ ਧਰਮ ਪਤਨੀ ਬਣੀ ਹੈ। ਉਹਨਾਂ ਦੇ ਇਸ ਬੀਬੀ ਦੇ ਮਾਤਾ ਦਮੋਦਰੀ ਦੇ ਪਤੀ ਸਾਰੇ ਜਗਤ ਦੇ ਮਾਲਕ 6ਵੇਂ ਪਾਤਸ਼ਾਹ ਜੀ ਬਣੇ ਹਨ। ਇਸ ਦੀ ਪਦਵੀ ਕਹਾਂ ਵਿਚਾਰੀ। ਇਹਦੀ ਪਦਵੀ ਦਾ ਕੋਈ ਅੰਤ ਨਹੀਂ, ਇਹ ਸਭ ਤੋਂ ਵੱਡੀ ਹੈ। ਇਹਦੇ ਵਰਗੀ ਪਦਵੀ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ, ਤਰੇ ਸੰਬੰਧੀ ਸਭ ਨਰ ਨਾਰੀ। ਇਹ ਸਭ ਨੂੰ ਤਾਰਨ ਵਾਲੀ। ਜਿਨ੍ਹਾਂ ਨੇ ਮਾਤਾ ਦਮੋਦਰੀ ਦੇ ਦਰਸ਼ਨ ਕੀਤੇ ਉਹ ਵੀ ਤਰ ਗਏ ਹਨ। ਸਭ ਸੰਬੰਧੀ ਰਿਸ਼ਤੇਦਾਰ ਤਰ ਗਏ ਹਨ। ਇਹ ਜਗਤ ਦੀ ਮਾਤਾ ਹੈ, ਸਾਰੇ ਸੰਸਾਰ ਦੀ ਮਾਤਾ ਹੈ ਮਾਤਾ ਦਮੋਦਰੀ। ਇਤਿਆਦਿਕ ਗੁਣ ਅਨੇਕ ਉਚਾਰਤ। ਇਸ ਤਰ੍ਹਾਂ ਬੀਬੀ ਰਾਮੋ ਆਪਣੀ ਛੋਟੀ ਭੈਣ ਮਾਤਾ ਦਮੋਦਰੀ ਦੇ ਗੁਣਾਂ ਨੂੰ ਵਿਚਾਰ ਕੇ ਬੈਰਾਗ ਕਰਦੀ ਹੈ। ਰੋਦਤ ਸਸਾ ਪ੍ਰੀਤ ਪ੍ਰਤਪਾਰਤ। ਰਾਮੋ ਰੋਂਦੀ ਹੈ, ਅੱਖਾਂ ਵਿੱਚ ਹੰਝੂ ਆ ਜਾਂਦੇ ਨੇ, ਗਲਾ ਭਰ ਜਾਂਦਾ ਹੈ ਤੇ ਬੇਬਲ ਹੋ ਗਈ ਹੈ। ਰੁਦਤ ਨਾਨਕੀ ਤਥਾ ਮਰਵਾਹੀ। ਮਾਤਾ ਨਾਨਕੀ ਜੀ ਤੇ ਮਾਤਾ ਮਹਾਦੇਵੀ ਵੀ ਰੋਣ ਲੱਗ ਪਈਆਂ, ਬੈਰਾਗ ਕਰਨ ਲੱਗ ਪਈਆਂ ਨੇ। ਨਖਾ ਬ੍ਰਿਲਾਪਤ ਬਹੁ ਦੁਖ ਮਾਹੀ। ਔਰ ਮਾਤਾ ਨੱਤੀ ਜੀ ਵੀ ਆਪਣੀ ਸੱਸ ਦੇ ਚਲਾਣੇ ਤੇ ਮਾਤਾ ਖੇਮ ਕੌਰ ਜੀ ਵੀ ਆਪਣੀ ਸੱਸ ਦੇ ਚਲਾਣੇ ਤੇ ਬੈਰਾਗ ਕਰਨ ਲੱਗ ਪਈਆਂ ਨੇ। ਰੋਦਨ ਨਾਦ ਉਠਿਓ ਅਧਿਕਾਈ। ਸਾਰੇ ਪਿੰਡ ਦੇ ਡੋਲੀ ਵਿੱਚ ਸੰਗਤਾਂ ਵਿੱਚ ਬੈਰਾਗ ਛਾ ਗਿਆ। ਸ਼੍ਰੀ ਹਰਗੋਬਿੰਦ ਸਕਲ ਹਟਾਈ। ਜਦੋਂ ਮਾਈਆਂ ਰੋਣ ਲੱਗੀਆਂ 6ਵੇਂ ਪਾਤਸ਼ਾਹ ਆ ਕੇ ਸਭ ਨੂੰ ਹਟਾ ਦਿੱਤਾ, ਰੋਕਿਆ। ਨਹੀਂ ਬਈ, ਰੋਣਾ ਨਹੀਂ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਰੋਵੋ ਸਾਕਤ ਬਾਪਰੇ, ਜੋ ਹਾਟੈ ਹਾਟ ਬਿਕਾਏ। ਇਹਨਾਂ ਨੂੰ ਯਾਦ ਕਰਕੇ ਬਾਣੀ ਪੜੋ, ਨਾਮ ਜਪੋ, ਰੋਣਾ ਬੰਦ ਕਰੋ। ਇਹੋ ਜਗ ਰੀਤ ਸਭ ਬਿਨ ਸਿਰ ਹੋਈ। 6ਵੇਂ ਪਾਤਸ਼ਾਹ ਆਪਣੇ ਪਰਿਵਾਰ ਨੂੰ, ਆਪਣੀਆਂ ਸੰਗਤਾਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ, ਬੀਬੀਆਂ ਨੂੰ, ਭਾਈ ਇਹ ਜਗਤ ਦੀ ਰੀਤ ਹੈ, ਸਾਰਿਆਂ ਦੇ ਉੱਤੇ ਆਉਂਦੀ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਇਹ ਸੱਦਾ ਹਰ ਘਰ 'ਚ ਆਉਂਦਾ ਹੈ। ਐਸਾ ਕੋਈ ਘਰ ਨਹੀਂ ਜਿੱਥੇ ਮੌਤ ਦਾ ਸੱਦਾ ਨਹੀਂ ਆਉਂਦਾ। ਸਭ ਨੂੰ ਇਹ ਦੁਨੀਆ ਤੋਂ ਜਾਣਾ ਪੈਂਦਾ। ਮਤ ਰੁਦਨ ਅਚਰਜ ਨਹਿ ਕੋਈ। ਇਹਦੇ 'ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਜਦੋਂ ਸਮਾਂ ਆ ਗਿਆ ਸਭ ਨੇ ਜਾਣਾ। ਰੋਵੋ ਨਾ ਭਾਈ। ਮ੍ਰਿਤ ਰੀਤ ਗੁਰਦਿੱਤਾ ਆਨੰਦ। ਬਾਬਾ ਗੁਰਦਿੱਤਾ ਜੀ ਨੇ ਆਪਣੀ ਮਾਤਾ ਦੇ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਨੇ। ਕਰੀ ਸਕਲ ਜਿਮ ਭਨੀ ਬਿਲੰਦ। ਜਿਵੇਂ ਵੱਡਿਆਂ ਨੇ ਕਿਹਾ, ਬਾਬਾ ਗੁਰਦਿੱਤਾ ਜੀ ਨੇ ਮਰਿਆਦਾ ਅਨੁਸਾਰ ਸੰਸਕਾਰ ਦੀ ਤਿਆਰੀ ਕਰਵਾਈ ਹੈ। ਸਾਈਂ ਦਾਸ ਭਰਿਓ ਮਰਛਾਏ। ਬਾਬਾ ਸਾਈਂ ਦਾਸ ਬਹੁਤ ਪ੍ਰੇਮੀ ਸਨ, ਬੜੇ ਕੋਮਲ ਮਨ ਵਾਲੇ ਭਗਤ ਸਨ। ਉਹ ਰਾਮੋ ਵੀ ਬੜੀ ਗੁਰਮੁਖ ਸੀ ਤੇ ਸਾਈਂ ਦਾਸ ਉਹਨਾਂ ਤੋਂ ਵੀ ਕੋਮਲ ਮੰਨਦੇ, ਸੂਖਸ਼ਮ ਮੰਨਦੇ ਸਨ। ਮਾਤਾ ਦਮੋਦਰੀ ਦੇ ਉੱਤੇ ਬਹੁਤ ਸ਼ਰਧਾ ਰੱਖਦੇ ਸਨ। ਤੇ ਕਹਿੰਦੇ ਇੱਕ ਵਾਰੀ ਤਾਂ ਇਦਾਂ ਹੋ ਗਿਆ ਜਿਵੇਂ ਬੇਹੋਸ਼ ਹੀ ਹੋ ਗਏ ਹੋਣ, ਮੂਰਛਿਤ ਹੋ ਗਏ ਹੋਣ। ਇੰਨਾ ਬੈਰਾਗ, ਇੰਨਾ ਸਦਮਾ ਲੱਗਾ ਸਾਈਂ ਦਾਸ ਨੂੰ। ਉੱਠ ਕੇ ਹਾਏ ਹਾਏ ਬਿਲ ਲਾਏ। ਜਦੋਂ ਹੋਸ਼ ਆਈ ਤੇ ਮੂੰਹ ਤੋਂ ਹਾਏ ਮਾਤਾ ਨਿਕਲਿਆ ਹੈ। ਹੇ ਬੜ ਭਾਗਨ ਤਬ ਉਪਕਾਰਾ। ਕਹਿਣ ਲੱਗੇ, ਹੇ ਵੱਡੇ ਭਾਗਾਂ ਵਾਲੀ, ਤੇਰਾ ਉਪਕਾਰ ਅਸੀਂ ਕਦੀ ਦੇ ਨਹੀਂ ਸਕਾਂਗੇ ਦੇਣ ਤੇਰਾ। ਭਇਓ ਸੰਬੰਧੀ ਗੁਰੂ ਹਮਾਰਾ। ਤੇਰੇ ਕਰਕੇ ਗੁਰੂ ਸਾਹਿਬ ਸਾਡੇ ਸੰਬੰਧੀ ਬਣ ਗਏ। ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਵੀ ਨਹੀਂ ਆ ਤੇ ਸਾਨੂੰ ਗੁਰੂ ਸਾਹਿਬ ਨੇ ਇੰਨਾ ਮਾਣ ਦਿੱਤਾ ਹੈ, ਆਪਣੇ ਸੰਬੰਧੀ ਬਣਾਇਆ, ਰਿਸ਼ਤੇਦਾਰ ਬਣਾਇਆ ਹੈ। ਇੰਦਰਾਦਿਕ ਸਰ ਸਰਬ ਉਮਾਹਤ। ਜਿਸ ਸਤਿਗੁਰੂ ਦੇ ਦਰਸ਼ਨਾਂ ਲਈ ਇੰਦਰ ਵਰਗੇ ਦੇਵਤੇ, ਬ੍ਰਹਮਾ ਵਰਗੇ, ਵਿਸ਼ਨੂੰ, ਸ਼ਿਵ ਜੀ ਵਰਗੇ ਦੇਵਤੇ ਵੀ ਲੋਚਦੇ ਆ ਵੀ ਦਰਸ਼ਨ ਹੋ ਜਾਣ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਉਹ ਦੇਹੀ ਸਾਨੂੰ ਮਿਲੀ
ਤੇ ਫਿਰ ਗੁਰੂ ਸਾਹਿਬ ਮਹਾਰਾਜ ਪਰਮੇਸ਼ਰ ਸਾਨੂੰ ਬਹੁਤ ਨੇੜੇ ਹੋ ਕੇ ਮਿਲੇ ਹਨ। ਇਹ ਤੇਰੀ ਕਿਰਪਾ ਨਾਲ ਹੋਇਆ ਹੈ। ਕਿਰਪਾ ਦ੍ਰਿਸ਼ਟ ਜਿਸ ਕੀ ਨਿਤ ਚਾਹਤ, ਜਿਸ ਗੁਰੂ ਦੀ ਕਿਰਪਾ ਦ੍ਰਿਸ਼ਟੀ ਨੂੰ ਸਭ ਦੇਵੀ ਦੇਵਤੇ ਵੀ ਤਰਸਦੇ ਹੈ, ਲੋਚਦੇ ਹੈ। ਨਿਸ ਬਾਸਰ ਮਿਲ ਕਹਿ ਤਿਹ ਸੰਗ, ਉਸ ਗੁਰੂ ਦੇ ਨਾਲ ਅਸੀਂ ਵਿਚਰੇ ਹਾਂ, ਇਹ ਤੇਰੀ ਕਿਰਪਾ ਸੀ। ਤੂੰ ਉਹਨਾਂ ਦੇ ਚਰਨਾਂ ਦੀ ਦਾਸੀ ਬਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਰਧਾਂਗਨੀ ਬਣ ਕੇ ਜਗਤ ਮਾਤਾ ਬਣੀ ਹੈ। ਪੂਜਨੀਕ ਹੈ ਤੂੰ ਸਾਨੂੰ ਅੱਜ ਵਿਛੋੜਾ ਦੇ ਗਈ ਹੈ। ਹਮ ਪੀ ਧਨ ਪਏ ਸਰਬੰਗ, ਅਸੀਂ ਵੀ ਧੰਨ ਹੋ ਗਏ ਹਾਂ ਤੇਰੇ ਕਰਕੇ। ਹਮ ਸਭ ਕੋ ਤਜ ਪ੍ਰਥਮ ਪਧਾਰੀ, ਤੇ ਤੂੰ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਉਮਰ 'ਚ ਵੱਡਿਆਂ ਨੂੰ ਛੱਡ ਕੇ ਪਹਿਲਾਂ ਚਲੀ ਗਈ ਹੈ। ਮਾਤ ਬੀਬੀ ਰਾਮੋ ਵੱਡੀ ਸੀ, ਅਜੇ ਉਹ ਬੈਠੀ ਹੈ। ਤੇ ਭਾਈ ਸਾਈਂ ਦਾਸ ਵੀ ਉਮਰ 'ਚ ਵੱਡੇ ਹੈ। ਮਾਤਾ ਦਮੋਦਰੀ ਜੀ ਦੀ ਉਮਰ ਕੋਈ ਬਹੁਤੀ ਨਹੀਂ ਸੀ, ਲਗਭਗ 32-33 ਸਾਲ 34 ਸਾਲ ਦੀ ਉਮਰ ਵਿੱਚ ਹੀ ਇਹ ਭਾਣਾ ਵਰਤ ਗਿਆ। ਸੋ ਇੰਨੀ ਉਮਰ ਛੋਟੀ ਵਿੱਚ ਤੂੰ ਸਾਨੂੰ ਛੱਡ ਕੇ ਚਲੀ ਗਈ ਹੈ। ਹੇ ਪ੍ਰਤ ਬ੍ਰਤੇ ਸ਼ੀਘਰਤਾ ਧਾਰੀ, ਇੰਨੀ ਕਾਹਲ ਕੀਤੀ ਹੈ, ਅਜੇ ਤੇਰੀ ਜਾਣ ਦੀ ਉਮਰ ਨਹੀਂ ਸੀ। ਧੰਨ ਸੀ ਮਾਤਾ ਦਮੋਦਰੀ। ਗੁਰ ਕਹਿ ਸਭ ਕੋ ਰੁਦਨ ਹਟਾਇਓ, ਮਹਾਰਾਜ ਛੇਵੇਂ ਪਾਤਸ਼ਾਹ ਭਾਈ ਸਾਈਂ ਦਾਸ ਬਾਬਾ ਗੁਰਦਿੱਤਾ ਨੂੰ ਰੋਂਦਿਆਂ ਹਟਾਇਆ। ਨਹੀਂ ਬਈ ਰੋਣਾ ਨਹੀਂ, ਕਿਸੇ ਨੇ ਵਿਰਾਗ ਨਹੀਂ ਕਰਨਾ। ਸਾਰੇ ਭਾਣਾ ਮੰਨੋ ਤੇ ਬਾਣੀ ਪੜੋ। ਬਾਬਕ ਤੇ ਕੀਰਤਨ ਕਰਵਾਇਓ, ਭਾਈ ਬਾਬਕ ਜੀ ਗੁਰੂ ਘਰ ਦੇ ਰਬਾਬੀ ਸਨ। ਉਹਨਾਂ ਨੂੰ ਕਿਹਾ ਤੁਸੀਂ ਕੀਰਤਨ ਸ਼ੁਰੂ ਕਰ ਦਿਓ। ਭਾਈ ਬਾਬਕ ਜੀ ਬਾਣੀ ਦਾ ਕੀਰਤਨ ਕਰਨ ਲੱਗ ਪਏ। ਵਿਦਿਆ ਪੈਂਦੇ ਖਾਨ ਪੁਕਾਰਾ, ਬਿਧੀ ਚੰਦ ਭਾਈ ਬਿਧੀ ਚੰਦ ਸਾਹਿਬ ਜੀ ਵੀ ਰੋਣ ਲੱਗ ਪਏ। ਤੇ ਪੈਂਦੇ ਖਾਂ ਵੀ ਅੱਖਾਂ ਵਿੱਚ ਹੰਝੂ ਪਾ ਕੇ ਬੜਾ ਬੈਰਾਗ ਕਰਨ ਲੱਗਾ। ਆਹੋ ਮਾਤ ਕਿਤ ਗੀ ਇਸ ਬਾਰਾ, ਕਹਿੰਦੇ ਹੇ ਮਾਤਾ ਸਾਨੂੰ ਛੱਡ ਕੇ ਚਲੀ ਗਈ ਆਪਣੇ ਪੁੱਤਰਾਂ ਨੂੰ। ਏਦਾਂ ਸਾਰੇ ਹੀ ਪੈਂਦੇ ਖਾਂ ਬਿਧੀ ਚੰਦ ਜੇਠਾ ਗੁਰੂ ਦੀ ਫੌਜ ਦੇ ਯੋਧੇ ਵੀ ਬੈਰਾਗ ਕਰਦੇ ਹੈ। ਕਰ ਇਸ਼ਨਾਨ ਆਦਿਕ ਕ੍ਰਿਤ ਸਾਰੀ, ਤੇ ਮਾਤਾ ਨੂੰ ਇਸ਼ਨਾਨ ਕਰਾਇਆ। ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ, ਮਾਤਾ ਨੱਤੀ ਜੀ, ਮਾਤਾ ਖੇਮ ਕੌਰ ਜੀ, ਬੀਬੀ ਰਾਮੋ, ਪਿੰਡ ਦੀਆਂ ਬੀਬੀਆਂ ਨੇ ਰਲ ਕੇ ਮਾਤਾ ਜੀ ਦੇ ਪਵਿੱਤਰ ਸਰੀਰ ਦਾ ਇਸ਼ਨਾਨ ਕਰਾ ਕੇ ਨਵੇਂ ਬਸਤਰ ਪਵਾਏ ਹਨ। ਰਚਿਓ ਬਿਬਾਨ ਮੋਲ ਕੋ ਭਾਰੀ, ਔਰ ਬੜਾ ਸੋਹਣਾ ਕੀਮਤੀ ਬਿਬਾਨ ਸਜਾਇਆ ਹੈ। ਬਹੁ ਕੀਮਤ ਕੇ ਬਸਤਰ ਸੋ ਪਾਏ, ਬੜੇ ਮਹਿੰਗੇ ਤੁਸ਼ਾਲੇ ਪਾਏ ਨੇ ਸੰਗਤਾਂ ਨੇ। ਚਾਰਹੁ ਤਤ ਛਿਨ ਕੰਧ ਉਠਾਏ, ਤੇ ਬਾਬਾ ਗੁਰਦਿੱਤਾ ਜੀ, ਬਿਧੀ ਚੰਦ, ਪੈਂਦੇ ਖਾਂ, ਭਾਈ ਜੇਠਾ, ਇਹਨਾਂ ਨੇ ਮੋਢੇ ਤੇ ਚੱਕ ਲਿਆ ਹੈ। ਲੇਪੁਰ ਵਹਿਰ ਚੱਲੇ ਸਮੁਦਾਏ, ਤੇ ਮਾਤਾ ਜੀ ਦਾ ਬਿਬਾਨ ਲੈ ਕੇ ਸੰਗਤਾਂ ਸ਼ਬਦ ਪੜ੍ਹਦੀਆਂ ਹੋਈਆਂ ਡਰੌਲੀ ਪਿੰਡ ਤੋਂ ਬਾਹਰ ਨੂੰ ਚੱਲ ਪਏ। ਅੱਜ ਕੱਲ੍ਹ ਉੱਥੇ ਬੜਾ ਸੁੰਦਰ ਗੁਰਦੁਆਰਾ ਬਣ ਗਿਆ। ਦਾਸ ਨੇ ਕਈ ਸਾਲ ਪਹਿਲਾਂ ਦਰਸ਼ਨ ਕੀਤੇ ਸੀ, ਉਦੋਂ ਸੇਵਾ ਚੱਲ ਰਹੀ ਸੀ। ਸੋ ਸਾਧ ਸੰਗਤ ਜੀ, ਉੱਥੇ ਜਿੱਥੇ ਸੰਸਕਾਰ ਹੋਇਆ ਮਾਤਾ ਦਮੋਦਰੀ ਜੀ ਦਾ, ਸਾਰੀਆਂ ਸੰਗਤਾਂ ਉਧਰ ਨੂੰ ਚੱਲ ਪਈਆਂ ਨੇ। ਧੀਰ ਮਾਲ ਤਬ ਚਵਰ ਟੁੜਾਏ, ਬਾਬਾ ਧੀਰਮਲ ਜੀ ਪੋਤਰੇ ਛੋਟੇ ਹਨ, ਵੱਡੇ ਹਨ, ਉਹ ਚੌਰ ਕਰਦੇ ਦਾਦੀ ਉੱਤੇ। ਬਹੁ ਸੰਖਨ ਕੇ ਸ਼ਬਦ ਬਜਾਵਤ, ਔਰ ਸੰਖ ਵਜਾਉਂਦੇ ਸ਼ਬਦ ਪੜ੍ਹਦੇ ਜਾ ਰਹੇ ਨੇ। ਆਗੇ ਚਲਤ ਸੋ ਮਾਰੂ ਗਾਵਤ, ਅੱਗੇ ਮਾਰੂ ਰਾਗ ਦਾ ਕੀਰਤਨ ਹੁੰਦਾ ਜਾ ਰਿਹਾ ਹੈ। ਚੰਦਨ ਚਿਤਾ ਬਿਸਾਲ ਬਨਾਈ, ਬੜੀ ਵੱਡੀ ਚੰਦਨ ਦੀ ਚਿਖਾ ਤਿਆਰ ਕੀਤੀ ਹੈ। ਧਰ ਕਰ ਉਪਰ ਅਗਨ ਲਗਾਈ, ਉੱਤੇ ਰੱਖ ਕੇ ਬਾਬਾ ਗੁਰਦਿੱਤਾ ਜੀ ਨੇ ਆਪਣੀ ਮਾਂ ਨੂੰ ਅਗਨੀ ਦਿੱਤੀ ਹੈ। ਸ਼੍ਰੀ ਗੁਰ ਦਿੱਤਾ ਊਚ ਪਕਾਰਾ, ਮਾਤਾ ਦਮੋਦਰੀ ਦਾ ਸੰਸਕਾਰ ਕਰਕੇ ਬਾਬਾ ਗੁਰਦਿੱਤਾ ਜੀ ਬੈਰਾਗ ਵਿੱਚ ਆ ਗਏ ਨੇ। ਨੀਰ ਬਲੋਚਨ ਮੋਚਤ ਧਾਰਾ, ਅੱਖਾਂ ਵਿੱਚੋਂ ਹੰਝੂ ਵਗ ਪਏ ਨੇ। ਮਾਤਾ ਦਾ ਪਿਆਰ ਮਨ ਨੂੰ ਖਿੱਚ ਪਾਉਂਦਾ ਹੈ। ਕਰੀ ਕਪਾਲ ਕ੍ਰਿਆ ਤਿਸ ਕਾਲਾ, ਉੱਥੇ ਪਾਠ ਕੀਰਤਨ ਸੋਹਿਲਾ ਕਰਕੇ ਮਰਜ਼ਾਦਾ ਕਰਕੇ ਸਭ ਉਠ ਕੀਨ ਇਸ਼ਨਾਨ ਕੇ ਲਹਲਾ, ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਗਾਏ ਕੀਰਤਨ ਭੋਗ ਪਵਾਵਹੁ, ਔਰ ਕੀਰਤਨ ਕਰਕੇ ਭੋਗ ਪਾਇਆ ਹੈ। ਪੰਚਾਮ੍ਰਿਤ ਬਹੁਰ ਵਰਤਾਏ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਵਰਤਾਈਆਂ ਨੇ। ਸਨਾ ਸਨਾ ਆਏ ਨਿਜ ਡੇਰੇ, ਸਹਿਜੇ ਸਹਿਜੇ ਵਾਪਸ ਆਪਣੇ ਡੇਰੇ 'ਚ ਆ ਗਏ ਨੇ। ਬੈਠ ਬੈਠ ਨਰ ਉਠੇ ਕਨਹਿਰੇ, ਸਾਰੇ ਪਿੰਡ ਵਾਲੇ ਬੈਠ ਬੈਠ ਕੇ ਅਫਸੋਸ ਕਰ ਕਰਕੇ ਗਏ ਨੇ। ਧੰਨ ਮਾਤਾ ਦਮੋਦਰੀ ਜੀ, ਧੰਨ ਮਾਤਾ ਦਮੋਦਰੀ ਜੀ। ਜਿੱਥੇ ਜਿੱਥੇ ਖਬਰ ਪਹੁੰਚਦੀ ਹੈ ਨਾ ਉਹਨਾਂ ਦੇ ਅਕਾਲ ਚਲਾਣੇ ਦੀ, ਉੱਥੋਂ ਉੱਥੋਂ ਸੰਗਤਾਂ ਚੱਲ ਚੱਲ ਕੇ ਆਉਣ ਲੱਗ ਪਈਆਂ। ਸਾਧ ਸੰਗਤ ਜੀ, ਜਦੋਂ ਇਸ ਤਰ੍ਹਾਂ ਕੁਝ ਦਿਨ ਬੀਤੇ,
ਬੀਬੀ ਰਾਮੋ ਬੜੀ ਬਰਾਗ ਵਿੱਚ ਆ ਗਈ। ਆਪਣੀ ਭੈਣ ਦਾ ਵਿਛੋੜਾ ਨਾ ਸਹਿ ਸਕੀ ਤੇ ਬੀਬੀ ਰਾਮੋ ਵੀ ਚਲਾਣਾ ਕਰ ਗਈ। ਜਦੋਂ ਉਹਨਾਂ ਦਾ ਪਤਾ ਲੱਗਾ, ਬਾਬਾ ਨਰੈਣ ਦਾਸ ਜੀ ਵੀ, ਉਹਨਾਂ ਦੇ ਪਿਤਾ ਜੀ ਵੀ ਸਾਰੇ ਇੱਥੇ ਆਏ ਹੋਏ, ਇਹ 4-5 ਜੀ ਇਕੱਠੇ ਹੀ ਚਲਾਣਾ ਕਰ ਗਏ ਸਨ। ਮਾਤਾ ਦਇਆ ਕੌਰ ਗੁਰੂ ਸਾਹਿਬ ਦੀ ਸੱਸ ਸੀ, ਉਹ ਵੀ ਚਲਾਣਾ ਕਰ ਗਈ। ਬੀਬੀ ਰਾਮੋ ਵੀ ਕਰ ਗਈ। ਬਾਬਾ ਨਰੈਣ ਦਾਸ ਜੀ ਵੀ ਇੱਥੇ ਆ ਗਏ। ਉਹ ਜਿਹੜਾ ਸ਼ਮਸ਼ਾਨ ਭੂਮੀ ਬਣੀ ਸੀ ਜਿੱਥੇ ਮਾਤਾ ਦਮੋਦਰੀ ਦਾ ਸੰਸਕਾਰ ਹੋਇਆ ਸੀ, ਉੱਥੇ ਹੀ ਬਾਬਾ ਨਰੈਣ ਦਾਸ ਜੀ, ਬੀਬੀ ਰਾਮੋ, ਮਾਤਾ ਦਇਆ ਕੌਰ, ਇਹ ਸਾਰਿਆਂ ਦਾ ਸੰਸਕਾਰ ਇਕੱਠਾ ਹੀ ਹੋਇਆ। ਉੱਥੇ ਨੇੜੇ ਨੇੜੇ ਅੰਗੀਠੇ ਬਣੇ ਸਨ। ਸੋ ਹੁਣ ਗੁਰੂ ਘਰ ਸੁੰਦਰ ਬਣ ਗਿਆ ਹੈ। ਸੋ ਇਤਨੇ ਬਚਨ ਸਾਧ ਸੰਗਤ ਜੀ ਪ੍ਰਵਾਨ ਕਰਨੇ। ਆਓ